संतां के कारज आप खलोया, संतां के कारज हर कम करावण आया राम। वाहिगुरु जी का खालसा, श्री वाहिगुरु जी की फतेह। जीवन कौतक संत बाबा महाहरनाम सिंह जी महाराज, डेरा रूमीवाला, भुच्चो कला, जिला बठिंडा। साध जना की अचरज कथा, भाग 7वां। असीसां बाबा खेम सिंह जी, प्रकाशक बाबा सुखदेव सिंह जी, मौजूदा महापुरुष, डेरा बाबा रूमीवाला, भुच्चो कला, बठिंडा। भूले सिख गुरु समझाए, जग्यासू नाम जपदा है, सेवा करदा है। जिस वक्त पुन प्रबल हो जाते हैं, फिर निरंकार दे हुक्म नाल महापुरख दी संगत मिल जाती है, ते महापुरख किसे जुगत नाल होर सिमरन विच ला के नाम विच जोड़ते हैं। इसे तरह एक प्रेमी श्री अमृतसर तो बाबा जी दे कोल आया अते मत्था टेकिया। उपरंत बाबा जी ने पूछा, भाई नितनेम की करदा है? उसने बचन सुन के बेनती की, जी सुखमनी साहिब दा पाठ करदा हाँ। हजूर ने हुक्म किया, सानू भी पाठ सुना। सत बचन कह के उसने पाठ आरंभ कर दिता। समाप्ति उपरंत उसनू एक पाठ होर करन दा हुक्म होया। इस तरह एक एक करके उस कोलों 5 पाठ सुने। सुनन तो बाद उसने आग्या मंगी। हुक्म होया, कल नू आग्या देवांगे, कुछ दे के तोरांगे। अगले दिन आग्या मंगण उपरंत फिर हुक्म होया, एक पाठ होर करो। इस तरह दूजे दिन भी कल्ला कल्ला करके 5 पाठ इकट्ठे ही लगातार सुने। बाबा जी बड़े प्रसन्न होए अते बचन कीता, असीं तैनू जुगती दसदे हां, जिस अनुसार एक पाठ करन नाल 2 पाठां दा फल होएगा। बचन सुन के उस प्रेमी दे मन विच खुशी होई। उसने बड़ी निमरता सहित मत्था टेकिया अते बेनती कीती कि गरीब नवाज किरपा करो। उपरंत बाबा जी ने हुक्म कीता कि ध्यान नाल सुन। जिथे अष्टपदी समाप्त हुंदी है, ਉੱਥੇ ਇਹ 2 ਪੰਗਤੀਆਂ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਫਿਰ ਇੱਕ ਸ਼ਲੋਕ ਕਹਿਣਾ ਹੈ। ਅਸ਼ਟਪਦੀ ਆਰੰਭ ਕਰਨ ਤੋਂ ਪਹਿਲਾਂ ਸਤਨਾਮ ਸ੍ਰੀ ਵਾਹਿਗੁਰੂ ਕਹਿਣਾ ਹੈ, ਫਿਰ ਅਸ਼ਟਪਦੀ ਆਰੰਭ ਕਰਨੀ ਹੈ। ਇਸ ਤਰ੍ਹਾਂ 8-1 8-2 ਦੀ ਗਿਣਤੀ ਅਸ਼ਟਪਦੀ ਦੇ ਨਾਲ ਨਾਲ ਹੀ ਵਧਾਈ ਜਾਣੀ ਹੈ। ਅਖੀਰ ਤੋਂ ਅੰਤ ਵਾਲੀ ਅਸ਼ਟਪਦੀ ਪੜ੍ਹਦੇ 8-24 ਸ਼ਲੋਕ ਕਹਿ ਕੇ ਸਮਾਪਤੀ ਕਰਨੀ ਹੈ। ਫਿਰ ਪ੍ਰੇਮੀ ਨੂੰ ਕਿਹਾ ਕਿ ਹੁਣ ਤੈਨੂੰ ਆਗਿਆ ਹੈ। ਨਾਲ ਹੀ ਪੁੱਛਿਆ, ਕਿੱਥੇ ਜਾਣ ਦਾ ਵਿਚਾਰ ਹੈ? ਉਸਨੇ ਬੇਨਤੀ ਕੀਤੀ, ਜੀ ਕਲੇਰੀ ਜਾਣਾ ਹੈ। ਹਜੂਰ ਨੇ ਹੁਕਮ ਕੀਤਾ ਕਿ ਸ਼ੁੱਧ ਹੈ। ਮਹਾਂਪੁਰਖਾਂ ਦੇ ਦਰਸ਼ਨ ਕਰੋ, ਸੰਗਤ ਵੀ ਕਰਿਆ ਕਰੋ, ਵੱਡੇ ਭਾਗ ਵਾਲੇ ਬਣੋ। ਉਪਰੰਤ ਉਹ ਨਾਨਕਸਰ ਪਹੁੰਚਿਆ। ਮੱਥਾ ਟੇਕਣ ਉਪਰੰਤ ਬਾਬਾ ਜੀ ਨੇ ਪੁੱਛਿਆ, ਕਿੱਥੋਂ ਆਇਆ ਹੈ ਗੁਰਮੁਖਾ? ਉਸਨੇ ਦੱਸਿਆ, ਜੀ ਭੁੱਚੋ ਵਾਲਿਆਂ ਦੇ ਦਰਸ਼ਨ ਕਰਕੇ ਆਇਆ ਹਾਂ। ਬਾਬਾ ਜੀ ਬੜੇ ਪ੍ਰਸੰਨ ਹੋਏ ਤੇ ਪੁੱਛਿਆ, ਉਥੋਂ ਲੈ ਕੇ ਕੀ ਆਇਆ ਹੈ? ਉਸ ਪ੍ਰੇਮੀ ਨੇ ਸੁਖਮਣੀ ਸਾਹਿਬ ਵਾਲੀ ਸਾਰੀ ਵਿਧੀ ਦੱਸੀ। ਬਾਬਾ ਆਨੰਦ ਸਿੰਘ ਜੀ ਸੁਣ ਕੇ ਬੜੇ ਪ੍ਰਸੰਨ ਹੋਏ ਤੇ ਬਚਨ ਕੀਤਾ, ਤੇਰਾ ਲੋਕ ਪਰਲੋਕ ਸਫਲ ਹੋ ਗਿਆ ਹੈ।
कबीर सेवा को दोए भले, एक संत एक राम। राम जो दाता मुक्त को, संत जपावे नाम। कह कबीर तुम समरथ दाते, चार पदार्थ देत न बार। ਮਹਾਂਪੁਰਖਾਂ ਦੀ ਮਿਹਰ ਕਿਸ ਬਹਾਨੇ ਹੁੰਦੀ ਹੈ, ਕਦੋਂ ਹੁੰਦੀ ਹੈ, ਇਹ ਸਭ ਗੱਲਾਂ ਇਨਸਾਨੀ ਸਮਝ ਤੋਂ ਪਰੇ ਹੁੰਦੀਆਂ ਹਨ। ਕਦੇ ਕਦੇ ਬੰਦਾ ਮੰਗਦਾ ਹੈ, ਮਹਾਂਪੁਰਖ ਸੁਣ ਕੇ ਅਣਸੁਣੀ ਕਰ ਦਿੰਦੇ ਹਨ। ਕਿਸੇ ਸਮੇਂ ਸਭ ਕੁਝ ਪੁੱਛੇ ਬਿਨਾ ਆਪੇ ਹੀ ਬਖਸ਼ਦੇ ਹਨ। ਇੱਕ ਇੰਦਰ ਸਿੰਘ ਨਾਮ ਦਾ ਸਿੱਖ, ਰੋਲੀ ਇਸ ਦਾ ਨਗਰ ਸੀ। ਪਹਿਲਾਂ ਤਾਂ ਦੱਸਦੇ ਹਨ ਕਿ ਇਹ ਪਿੰਡ ਜੈਲਦਾਰ ਸੀ। ਕੋਕਰੀ ਵਾਲਿਆਂ ਸਰਦਾਰਾਂ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ। ਲੰਮਾ ਸਮਾਂ ਝਗੜਾ ਚੱਲਿਆ। ਉਸ ਝਗੜੇ ਵਿੱਚ ਜ਼ਮੀਨ ਜਾਇਦਾਦ ਗਹਿਣੇ ਹੋ ਗਈ ਅਤੇ ਘਰ ਵਿੱਚ ਗਰੀਬੀ ਦੀ ਹਾਲਤ ਆ ਗਈ। ਜਿਹੜੇ ਸੰਗੀ ਸਾਥੀ ਸਨ ਸਭ ਮੂੰਹ ਮੋੜ ਗਏ। ਗੁਰਵਾਕ ਹੈ, ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨ ਦੇ। ਲਾਗੂ ਹੋਏ ਦੁਸ਼ਮਨਾ, ਸਾਕ ਵੀ ਭੱਜ ਖਲੇ। ਕੋਈ ਵੀ ਬੇਲੀ ਨਾ ਬਣਦਾ ਵੇਖ ਕੇ ਨਿਰਾਸ਼ ਹੋਇਆ, ਬਿਨਾਂ ਦੱਸੇ ਘਰੋਂ ਉੱਠ ਤੁਰਿਆ। ਨਥਾਣੇ ਨਾਨਕੇ ਸਨ। ਪਹਿਲਾਂ ਉੱਥੇ ਆਇਆ, ਪਰ ਨਾਨਕੇ ਘਰ ਵੀ ਕਬੀਰ ਸਾਹਿਬ ਦਾ ਬਚਨ ਪੂਰਾ ਹੋਇਆ, ਨਿਰਧਨ ਆਦਰ ਕੋਈ ਨਾ ਦੇ। ਨਾਨਕੇ ਘਰ ਵੀ ਆਦਰ ਮਾਣ ਨਾ ਮਿਲਿਆ। ਬੜੇ ਯਤਨ ਕੀਤੇ, ਸਭ ਨਿਸਫਲ ਗਏ। ਲੱਖ ਯਤਨ ਕਰੇ ਉਹ ਚਿਤ ਨ ਧਰੇ। ਉਪਰੰਤ ਨਿਰਾਸ਼ ਹੋ ਕੇ ਉੱਥੋਂ ਵੀ ਉੱਠ ਤੁਰਿਆ। ਨਥਾਣੇ ਤੋਂ ਚੱਲ ਕੇ ਪੁੱਛੋ ਸਮਰੱਥ ਮਹਾਂਪੁਰਖ ਬਾਬਾ ਮਹਾਹਰਨਾਮ ਸਿੰਘ ਜੀ ਪਾਸ ਪਹੁੰਚਿਆ। ਸੇਵਕ ਰਾਹੀਂ ਹਜੂਰ ਦੇ ਜਾ ਦਰਸ਼ਨ ਕੀਤੇ। ਨਮਸਕਾਰ ਕਰਨ ਉਪਰੰਤ ਬੈਠ ਗਿਆ। ਆਪਣੀ ਮਰਿਆਦਾ ਅਨੁਸਾਰ ਹਜੂਰ ਨੇ ਪੁੱਛਿਆ, ਕਿੱਥੋਂ ਆਇਆ ਹੈ? ਇੰਦਰ ਸਿੰਘ ਨੇ ਦੱਸਿਆ, ਨਥਾਣੇ ਤੋਂ। ਮੁਨਸ਼ੀ ਹਰਦੇਤ ਸਿੰਘ ਨੇ ਜਿਸ ਸਮੇਂ ਨਾਮ ਲਿਖਣ ਲਈ ਕਲਮ ਫੜੀ ਤਾਂ ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨੋ ਹਾਲ ਅਨੁਸਾਰ ਹਜੂਰ ਨੇ ਬਚਨ ਕੀਤਾ, ਮੁਨਸ਼ੀ ਇਹ ਤਾਂ ਰੋਲੀ ਵਾਲਾ ਜੈਲਦਾਰ ਇੰਦਰ ਸਿੰਘ ਹੈ। ਨਾਲ ਹੀ ਬਚਨ ਕੀਤਾ, ਸੱਚੋ ਸੱਚ ਸਭ ਕੁਝ ਲਿਖਾ ਦੇ। ਉਪਰੰਤ ਇਸ ਨੇ ਜਿਸ ਤਰ੍ਹਾਂ ਸੀ ਸਭ ਕੁਝ ਲਿਖਾ ਦਿੱਤਾ। ਫਿਰ ਹੁਕਮ ਦੇ ਕੇ ਲੰਗਰ ਵਿੱਚ ਭੇਜ ਦਿੱਤਾ। ਉਪਰੰਤ ਇੱਕ ਬੋਰੀ ਦੇ ਕੇ ਬੇਰੀ ਹੇਠਾਂ ਬੈਠਣ ਦਾ ਹੁਕਮ ਕਰ ਦਿੱਤਾ। ਜਿਸ ਸਮੇਂ ਪਿਛਲਾ ਪੈਰ ਹੋਇਆ, ਹੁਕਮ ਕਰ ਦਿੱਤਾ। ਕੋਲ ਸੱਦ ਕੇ ਬਚਨ ਕੀਤਾ ਕਿ ਪਿਛਲਾ ਪੈਰ ਹੋ ਗਿਆ ਹੈ। ਇਸ ਸਮੇਂ ਸਰਦਾਰ ਲੋਕ ਅਫੀਮ ਜਾਂ ਸ਼ਰਾਬ ਆਦਿ ਵਰਤਦੇ ਹਨ ਤੇ ਤੂੰ ਵੀ ਸਰਦਾਰ ਹੈ, ਕੋਈ ਲੋੜ ਹੈ ਤਾਂ ਦੱਸ। ਇੰਦਰ ਸਿੰਘ ਰੋ ਪਿਆ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਣ ਸਰਦਾਰੀਆਂ ਕਿੱਥੇ? ਰੋਟੀ ਖੁਣੋ ਤੰਗ ਹੋ ਕੇ ਘਰ ਛੱਡਿਆ ਹੈ। ਅਫੀਮ ਸ਼ਰਾਬ ਤਾਂ ਗਈ ਕਿਤੇ। ਹਜੂਰ ਨੇ ਹੁਕਮ ਕਰਕੇ ਭਾਈ ਚੰਦਾ ਸਿੰਘ ਨੂੰ ਕੋਲ ਬੁਲਾਇਆ ਤੇ 2 ਰੁਪਏ ਦੇ ਕੇ ਹੁਕਮ ਕੀਤਾ, ਚੰਦਿਆ ਇਸ ਸਰਦਾਰ ਨੂੰ ਨਾਲ ਲੈ ਜਾ। ਜਿਤਨੀ ਲੋੜ ਹੋਵੇ ਅਫੀਮ ਲੈ ਦੇਵੀਂ। ਸ਼ਰਾਬ ਨਾਲੇ ਤੂੰ ਵਰਤ ਲਈ ਤੇ ਫਿਰ ਇਸ ਨੂੰ ਵੀ ਪਿਆਈ। ਰਾਤ ਨੂੰ ਮੰਜਾ ਇਸ ਨੂੰ ਸੌਣ ਵਾਸਤੇ ਦੇ ਦੇਵੀਂ। ਸਵੇਰੇ ਇੱਥੇ ਛੱਡ ਜਾਵੀਂ। ਤੇ ਫਿਰ ਹੁਕਮ ਦੇ ਕੇ ਚੰਦਾ ਸਿੰਘ ਨਾਲ ਤੋਰਿਆ। ਇਸ ਤਰ੍ਹਾਂ 2 ਸਾਲ ਲਗਾਤਾਰ ਕਰਦੇ ਰਹੇ। 2 ਸਾਲ ਉਪਰੰਤ ਬਚਨ ਕੀਤਾ, ਤੇਰੇ 2 ਮੁਰੱਬੇ ਕੱਟੇ ਗਏ ਹਨ, ਜਾ ਕੇ ਲੈ ਲਾ। ਕਈ ਦਿਨ ਬਚਨ ਕਰਦੇ ਰਹੇ। ਇੰਦਰ ਸਿੰਘ ਜਾਣ ਵਾਸਤੇ ਨਹੀਂ ਮੰਨਿਆ। ਉਸਨੇ ਸੋਚਿਆ, ਮੈਨੂੰ ਤੋਰਨ ਲਈ ਬਹਾਨਾ ਹੈ।
ਅਖੀਰ ਤੇ ਸਾਰੀ ਸੰਗਤ ਨੂੰ ਅਤੇ ਚੰਦਾ ਸਿੰਘ ਨੂੰ ਹੁਕਮ ਹੋਇਆ, ਇਸ ਨੂੰ ਤੋਰੋ। ਜੇ ਇਹ ਘਰ ਨਾ ਗਿਆ, ਇਸ ਦੀ ਵੰਸ਼ ਨਹੀਂ ਵਧਣੀ। ਇਸ ਨੂੰ 2 ਮਰਬੇ ਜ਼ਮੀਨ ਬਾਹਰ ਵਿੱਚ ਲੈ ਦਿੱਤੀ ਹੈ, ਜਾ ਕੇ ਕਬਜ਼ਾ ਲੈ ਲਵੇ, ਮਾਲਕ ਬਣੇ, ਸਾਂਭੇ ਆਪਣੀ ਜ਼ਮੀਨ। ਮਾਮਲੇ ਉੱਤੇ ਜ਼ਮੀਨ ਦੇ ਕੇ ਘੋੜੀ ਤੇ ਚੜ੍ਹ ਕੇ ਲੱਕ ਨਾਲ ਰੁਪਈਏ ਬੰਨ੍ਹ ਕੇ ਘਰ ਜਾਵੇ। ਤੇ ਫਿਰ ਸੰਗਤ ਨੇ ਵੀ ਸਮਝਾਇਆ ਕਿ ਤੂੰ ਬਚਨ ਮੰਨ ਕੇ ਚਲਿਆ ਜਾ, ਇਸ ਵਿੱਚ ਵੀ ਤੇਰਾ ਭਲਾ ਹੈ। ਤੂੰ ਕਿਸ ਤਰ੍ਹਾਂ ਇੱਥੇ ਪਹੁੰਚਿਆ, ਕਿਵੇਂ ਤੈਨੂੰ ਸਾਂਭਿਆ, ਤੇ ਹੁਣ ਆਪੇ ਤੈਨੂੰ ਆਗਿਆ ਦੇ ਰਹੇ ਹਨ। ਤੂੰ ਜਾਣ ਵਿੱਚ ਦੇਰ ਨਾ ਕਰ। ਸਾਰੀ ਸੰਗਤ ਦੇ ਸਮਝਾਉਣ ਤੇ ਇੰਦਰ ਸਿੰਘ ਮੰਨ ਗਿਆ। ਤੁਰਨ ਸਮੇਂ ਬਚਨ ਹੋਇਆ, ਮਰੱਬਿਆਂ ਦਾ ਕਬਜ਼ਾ ਲੈ ਕੇ ਲੱਕ ਨਾਲ ਰੁਪਈਏ ਬੰਨ੍ਹ ਕੇ ਘੋੜੀ ਤੇ ਚੜ੍ਹ ਕੇ ਘਰ ਜਾਵੀਂ। ਤੇਰੇ ਘਰ ਸਰਦਾਰੀ ਤੇ ਕੁਰਸੀ ਆਵੇਗੀ। ਵਕਤ ਕੱਢ ਕੇ ਵਾਹਿਗੁਰੂ ਵਾਹਿਗੁਰੂ ਜਪਿਆ ਕਰੀਂ। ਨਮਸਕਾਰ ਕਰਕੇ ਚੱਲ ਪਿਆ। ਸਭ ਤੋਂ ਪਹਿਲੇ ਹੁਕਮ ਅਨੁਸਾਰ ਆਪਣੇ ਦੋਸਤ ਕਾਲਾ ਸਿੰਘ ਕੋਲ ਬੁੱਗੀਪੁਰੇ ਨਗਰ ਗਿਆ। ਉਸਨੇ ਵੇਖਣ ਸਾਰ ਪੁੱਛਿਆ ਕਿ ਇੰਦਰ ਸਿੰਘ, ਤੈਨੂੰ ਤਾਂ ਮਰਿਆ ਸਮਝ ਕੇ ਤੇਰੇ ਘਰ ਦੇ ਰੋ ਰੋ ਕੇ ਪਾਠ ਕਰਵਾ ਬੈਠੇ। ਮਕਾਨਾਂ ਵੀ ਆ ਕੇ ਮੁੜ ਗਈਆਂ, ਤੂੰ ਕਿੱਥੋਂ ਆ ਗਿਆ? ਉੱਤਰ ਵਿੱਚ ਇੰਦਰ ਸਿੰਘ ਨੇ ਕਿਹਾ ਕਿ ਸੱਚ ਹੈ, ਮੈਂ ਤੁਹਾਡੇ ਵੱਲੋਂ ਤਾਂ ਮਰ ਹੀ ਗਿਆ ਸੀ। ਅਬ ਮੋਹੇ ਮਿਲਿਓ ਹੈ ਜੀਵਾਲਨ ਹਾਰਾ। ਦੇ ਵਾਕ ਅਨੁਸਾਰ ਇੰਦਰ ਸਿੰਘ ਨੇ ਆਪ ਬੀਤੀ ਮੁੱਢ ਤੋਂ ਲੈ ਕੇ ਅਖੀਰ ਤੱਕ ਕਾਲਾ ਸਿੰਘ ਨੂੰ ਸੁਣਾਈ। ਅੰਤ ਵਿੱਚ ਬਾਬਾ ਜੀ ਦੇ ਮੁਰੱਬੇ ਕੱਟਣ ਵਾਲੀ ਵੀ ਸੁਣਾਈ। ਸੁਣ ਕੇ ਕਾਲਾ ਸਿੰਘ ਹੈਰਾਨ ਹੋਇਆ ਤੇ ਦੱਸਿਆ, ਠੀਕ ਤੇਰੇ ਮੁਰੱਬੇ ਹੋਏ ਹਨ। ਛੇਤੀ ਕਰ, ਫਿਰੋਜ਼ਪੁਰ ਪਹੁੰਚ ਕੇ ਮੁਰੱਬੇ ਸਾਂਭ ਕੇ ਲੈ ਜਾ। ਉਪਰੰਤ ਇੰਦਰ ਸਿੰਘ ਨੇ ਬਾਹਰ ਵਿੱਚ ਪਹੁੰਚ ਕੇ ਮੁਰੱਬਿਆਂ ਦਾ ਕਬਜ਼ਾ ਲੈ ਕੇ ਘੋੜੀ ਤੇ ਚੜ੍ਹ ਕੇ ਸਰਦਾਰ ਬਣ ਕੇ ਪਿੰਡ ਰੌਲੀ ਵਿੱਚ ਜ਼ਿੰਦਗੀ ਬਤੀਤ ਕੀਤੀ। ਉਪਰੰਤ ਸੇਵਾ ਵੀ ਕਰਦਾ ਰਿਹਾ। ਹੁਕਮ ਅਨੁਸਾਰ 2 ਪੁੱਤਰ ਹੋਏ, ਅਜਮੇਰ ਸਿੰਘ ਵੱਡਾ, ਸ਼ੇਰ ਸਿੰਘ ਛੋਟਾ ਡੀਐਸਪੀ ਪੈਨਸ਼ਨਰ ਹੈ। ਇਹ ਸਭ ਬਚਨ ਸਤ ਸਿੱਧ ਹੋਏ ਹਨ। ਇਹ ਪਰਿਵਾਰ ਕੈਨੇਡਾ ਵਿੱਚ ਹੈ। ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਵ ਹੋਵਣਾ। ਬਾਬਾ ਜੀ ਮਹਾਰਾਜ ਜੀ ਦੀਆਂ ਹਜ਼ਾਰਾਂ ਹੀ ਬਖਸ਼ਿਸ਼ਾਂ ਵਿੱਚੋਂ ਇਹ ਇੱਕ ਪ੍ਰਸੰਗ ਨਮੂਨੇ ਦੇ ਤੌਰ ਤੇ ਅੰਕਿਤ ਹੈ। ਇਹ ਬਚਨ ਸਰੂਪ ਸਿੰਘ ਔਲਖ ਪੁੱਤਰ ਧੰਨਾ ਸਿੰਘ ਕਲੇਰਾਂ ਤੋਂ ਮਿਲਿਆ। ਐਸੇ ਭਗਤ ਮਿਲੇ ਜਨ ਨਾਨਕ, 3 ਜਮ ਕਿਆ ਕਰੇ। ਜੀਵ ਦੀ ਹਾਲਤ ਖਿਨ ਤੋਲਾ ਖਿਨ ਮਾਸਾ ਵਾਲੀ ਬਣੀ ਹੀ ਰਹਿੰਦੀ ਹੈ। ਜਿਵੇਂ ਫਰਮਾਨ ਹੈ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਈ ਪਿਆਲੇ। ਮਨ ਸਦਾ ਡੋਲਦਾ ਹੀ ਰਹਿੰਦਾ ਹੈ। ਜੇ ਮਹਾਂਪੁਰਖ ਦੀ ਕਿਰਪਾ ਹੋ ਜਾਏ, ਉਸ ਹਾਲਤ ਵਿੱਚੋਂ ਨਿਕਲ ਵੀ ਜਾਂਦਾ ਹੈ। ਪਿੰਡ ਵਾਂਦਰ ਜਟਾਣਾ ਵਿੱਚੋਂ ਇੱਕ ਕਾਲਾ ਸਿੰਘ ਨਾਮ ਦਾ ਵਿਅਕਤੀ ਹਜੂਰ ਦੇ ਦਰਸ਼ਨ ਕਰਨ ਆਉਂਦਾ ਸੀ। ਇੱਕ ਦਿਨ ਕਾਲਾ ਸਿੰਘ ਦਰਸ਼ਨ ਕਰਨ ਆਇਆ ਅਤੇ ਆਪਣੇ ਘਰ ਦੇ ਬਾਬਤ ਬੇਨਤੀ ਕੀਤੀ, ਗਰੀਬ ਨਵਾਜ਼ ਦੁੱਖ ਦਲਿੱਦਰ ਦੂਰ ਕਰੋ। ਜਿਸ ਤਰ੍ਹਾਂ ਗੁਰਵਾਕ ਹੈ, ਦੁੱਖ ਹਰਨ ਕਿਰਪਾ ਕਰਨ, ਮੋਹਨ ਕਲ ਕਲੇਸੇ ਭਜਨਾ। ਸਰਣ ਤੇਰੀ ਰਾਖ ਲੇਹ, ਮੇਰੀ ਸਰਬ ਮੈਂ ਨਿਰੰਜਨਾ। ਹਜੂਰ ਨੇ ਤਕਲੀਫ ਪੁੱਛੀ ਤਾਂ ਕਾਲਾ ਸਿੰਘ ਨੇ ਆਦਿ ਤੋਂ ਅੰਤ ਤੱਕ ਸਾਰੀ ਵਿਆਖਿਆ ਸੁਣਾ ਦਿੱਤੀ ਤੇ ਬਚਨ ਕੀਤਾ, ਤੁਸੀਂ ਆਪਣੀ ਨਿਆਈ ਵਾਲੀ ਥਾਂ ਕਬਜ਼ਾ ਕਰ ਲਵੋ, ਪਰ ਕਿਸੇ ਦਾ ਹੱਕ ਨਹੀਂ ਰੋਕਣਾ। ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ।
ਬਚਨ ਕਰਕੇ ਘਰ ਜਾਣ ਦੀ ਆਗਿਆ ਦੇ ਦਿੱਤੀ। ਉਪਰੰਤ ਕਾਲਾ ਸਿੰਘ ਘਰ ਚਲਾ ਗਿਆ। ਆਪਣੀ ਥਾਂ ਵਿੱਚ ਜਾ ਕੇ ਮਿਣਤੀ ਕਰਕੇ ਮੋੜੀਆਂ ਨਾਲ ਵਾੜ ਕਰਨੀ ਆਰੰਭ ਕਰ ਦਿੱਤੀ। ਉਪਰੰਤ ਦੂਸਰੇ ਪਾਸੇ ਵਾਲਿਆਂ ਨੇ ਉੱਥੇ ਪਹੁੰਚ ਕੇ ਵਾੜ ਪੁੱਟ ਦਿੱਤੀ। ਤੂੰ ਮੈਂ ਵਿੱਚ ਗੱਲ ਹੋ ਕੇ ਅਚਾਨਕ ਹੀ ਦੂਜੀ ਧਿਰ ਦਾ ਬੰਦਾ ਨੁਕਸਾਨਿਆ ਗਿਆ ਤੇ ਕਾਲਾ ਸਿੰਘ ਹੋਰੀ ਡਰਦੇ ਸਾਰੇ ਕਿਤੇ ਆਸੇ-ਪਾਸੇ ਹੋ ਗਏ। ਪਿੱਛੇ ਪੁਲਿਸ ਨੇ ਆ ਕੇ ਘਰ ਅੱਗੇ ਪਹਿਰਾ ਬਿਠਾ ਕੇ ਦਰਬੰਦੀ ਕਰ ਦਿੱਤੀ। ਕਾਲਾ ਸਿੰਘ ਹੋਰਾਂ ਦੇ ਮਨ ਵਿੱਚ ਉਦਾਸੀ ਆ ਗਈ। ਇਸ ਸਮੇਂ ਕਾਲਾ ਸਿੰਘ ਦਾ ਸਾਥੀ ਅਤੇ ਹਜੂਰ ਦਾ ਸੇਵਕ, ਜਿਸ ਦਾ ਨਾਮ ਚੱਗੜ ਸਿੰਘ ਸੀ, ਭੁੱਚੋ ਦਰਸ਼ਨ ਕਰਨ ਆਇਆ। ਉਸ ਦੀ ਸੁਖ ਨੰਦ ਪੁੱਛਣ ਉਪਰੰਤ ਹਜੂਰ ਨੇ ਕਾਲਾ ਸਿੰਘ ਬਰਾੜ ਦਾ ਹਾਲ ਪੁੱਛਿਆ। ਚੱਗੜ ਸਿੰਘ ਨੇ ਬੇਨਤੀ ਕੀਤੀ, ਉਹਨਾਂ ਦਾ ਤਾਂ ਬੁਰਾ ਹਾਲ ਹੈ, ਉਸ ਤੋਂ ਕਤਲ ਹੋ ਗਿਆ ਹੈ, ਮੁੰਡੇ ਜੇਲ੍ਹ ਵਿੱਚ ਹਨ, ਘਰ ਦੀ ਨਾਕਾਬੰਦੀ ਹੋਈ ਹੈ, ਭੇਡਾਂ ਬੱਕਰੀਆਂ ਘਰ ਵਿੱਚ ਬੈਠੀਆਂ ਹਨ, ਕੁਝ ਦਿਨਾਂ ਵਿੱਚ ਦੇਹਲੀਆਂ ਪੱਟੀਆਂ ਜਾਣਗੀਆਂ, ਭਾਵ ਸਭ ਕੁਝ ਖਤਮ ਹੋ ਜਾਵੇਗਾ। ਹਜੂਰ ਨੇ ਬਚਨ ਕੀਤਾ, ਉਹਨਾਂ ਦਾ ਕੁਝ ਨਹੀਂ ਵਿਗੜਦਾ। ਚੱਗੜ ਸਿੰਘ ਨੇ ਫੇਰ ਬੇਨਤੀ ਕੀਤੀ, ਗਰੀਬ ਨਵਾਜ਼, ਉਹਨਾਂ ਤੋਂ ਤਾਂ ਬੰਦਾ ਮਰ ਗਿਆ ਹੈ। ਬਾਬਾ ਜੀ ਨੇ ਉੱਤਰ ਵਿੱਚ ਗੁਰਬਾਣੀ ਦੀ ਪੰਕਤੀ ਪੜ੍ਹੀ, ਵਿੰਜਣ ਕਲਹਣ ਦੇਵ ਦਾ ਤਾਂ ਲਈਆ ਕਰਤੇ, ਜੋ ਜੋ ਕਰਤੇ ਅਹਿਮਿਓ ਝੜ ਧਰਤੀ ਪੜਤੇ। ਕਾਲਾ ਸਿੰਘ ਦੇ ਪਰਿਵਾਰ ਦਾ ਕੁਝ ਨਹੀਂ ਵਿਗੜਦਾ। ਉਹਨਾਂ ਨੂੰ ਕਹੀਂ ਡਰਨਾ ਨਹੀਂ, ਤਕੜੇ ਹੋ ਕੇ ਕੰਮ ਕਰਨ, ਉਹਨਾਂ ਦਾ ਪਰਿਵਾਰ ਬੜਾ ਵਧੇ ਫੁੱਲੇਗਾ। ਉਹਨਾਂ ਦੇ ਘਰ ਤੇਸੀ ਕਰੰਡੀ ਖੜਕੇਗੀ, ਪੱਕੇ ਚੁਬਾਰੇ ਬਣਨਗੇ, ਜੜ੍ਹਾਂ ਪਤਾਲ ਵਿੱਚ ਹੋਣਗੀਆਂ। ਇਹ ਬਚਨ 1902 ਈਸਵੀ ਦੇ ਹਨ ਤੇ ਅੱਜ ਪ੍ਰਤੱਖ ਵਰਤ ਰਹੇ ਹਨ। ਮੁਕੱਦਮੇ ਦੇ ਉਪਰੰਤ ਕਾਲਾ ਸਿੰਘ ਦਰਸ਼ਨ ਕਰਨ ਆਇਆ। ਐਸੇ ਭਗਤ ਮਿਲੇ ਜਨ ਨਾਨਕ ਤਿਨ ਕਿਆ ਕਰੇ। ਬਾਬਾ ਜੀ ਬੜੇ ਪ੍ਰਸੰਨ ਹੋਏ ਅਤੇ ਅੱਗੇ ਵਾਸਤੇ ਨਾਮ ਸਿਮਰਨ ਦੀ ਤਾਕੀਦ ਕਰਕੇ ਵਿਦਾ ਕੀਤਾ। ਇਹ ਪ੍ਰਸੰਗ ਕਾਲਾ ਸਿੰਘ ਦੀ ਪੁੱਤਰੀ ਬੀਬੀ ਗੁਰਦਿਆਲ ਕੌਰ ਨੱਥੂਵਾਲਾ ਨਦੀਦ ਪਾਸੋਂ ਮਿਲਿਆ। ਆਪ ਭੁਲਾਏ ਆਪੇ ਮਤ ਦੇਵੇ। ਸੇਵਕ ਸੇਵਾ ਕਰਦਾ ਰਹਿੰਦਾ ਹੈ। ਮਨ ਵਿੱਚ ਕਈ ਤਰ੍ਹਾਂ ਦੇ ਵਿਚਾਰ ਬਣਦੇ ਰਹਿੰਦੇ ਹਨ। ਸਮੇਂ ਅਨੁਸਾਰ ਮਹਾਂਪੁਰਖ ਮੰਗੀਆਂ ਮੁਰਾਦਾਂ ਦਿੰਦੇ ਵੀ ਹਨ, ਨਾਲ ਪ੍ਰੀਖਿਆ ਵੀ ਚੱਲਦੀ ਰਹਿੰਦੀ ਹੈ। ਸਫਲ ਹੋਣ ਉਪਰੰਤ ਪਰਮਾਰਥ ਦੀ ਅਗਲੀ ਅਵਸਥਾ ਵਾਸਤੇ ਰਸਤਾ ਖੁੱਲ੍ਹਣ ਦਾ ਸਮਾਂ ਮਿਲਦਾ ਹੈ। ਥੋੜ੍ਹੀ ਜਿਹੀ ਅਸਾਵਧਾਨੀ ਕਾਰਨ ਪ੍ਰਸੰਨਤਾ ਨਹੀਂ ਲੈ ਸਕਦਾ। ਜਿਹੜਾ ਸੁੱਖ ਮਿਲਦਾ ਹੈ ਉਹ ਦੁੱਖ ਰੂਪ ਹੋ ਜਾਂਦਾ ਹੈ। ਹਰਚੰਦ ਸਿੰਘ ਪ੍ਰੇਮੀ ਨਗਰ ਇਸ ਦਾ ਲਹਿਰਾ ਖਾਨਾ ਸੀ। ਲਹਿਰਾ ਖਾਨਾ ਵਾਲੇ ਸੰਤ ਵਧਾਵਾ ਸਿੰਘ ਜੀ ਦੀ ਪ੍ਰੇਰਨਾ ਨਾਲ ਭੁੱਚੋ ਆਉਣ ਲੱਗਾ ਸੀ। ਕਈ ਵਾਰ ਭੁੱਚੋ ਤੋਂ ਲਹਿਰੇ ਖਾਨੇ ਕੋਈ ਹੁਕਮ ਅਨੁਸਾਰ ਸੁਨੇਹਾ ਲੈ ਆਉਣਾ ਤੇ ਫਿਰ ਲਹਿਰੇ ਖਾਨਿਓਂ ਭੁੱਚੋ ਸੁਨੇਹਾ ਪਹੁੰਚਾ ਦੇਣਾ। ਇਸ ਤਰ੍ਹਾਂ ਕੁਝ ਸਮਾਂ ਬਤੀਤ ਹੋਇਆ। ਇੱਕ ਸਮੇਂ ਹਰਚੰਦ ਸਿੰਘ ਨੇ ਸੰਤ ਵਧਾਵਾ ਸਿੰਘ ਜੀ ਲਹਿਰੇ ਖਾਨੇ ਪਾਸ ਬੇਨਤੀ ਕੀਤੀ ਕਿ ਮਹਾਰਾਜ ਜੀ, ਤੁਸੀਂ ਭੁੱਚੋ ਵਾਲੇ ਬਾਬਾ ਜੀ ਦੀ ਬੜੀ ਸਿਫਤ ਕਰਦੇ ਹੋ। ਉੱਤਰ ਵਿੱਚ ਸੰਤ ਵਧਾਵਾ ਸਿੰਘ ਜੀ ਨੇ ਬਚਨ ਕੀਤਾ, 12 ਸਾਲ ਕਠਿਨ ਤਪੱਸਿਆ, ਗਰਮੀ ਸਰਦੀ, ਭੁੱਖ ਤਰੇਹ, ਸਾਰੇ ਸੰਸਾਰ ਨੂੰ ਛੱਡੇ। ਭੁੱਚੋ ਵਾਲਿਆਂ ਦੀ ਸੇਵਾ 1 ਸਾਲ ਕਰੇ, ਫਿਰ ਵੀ ਸੇਵਾ ਦਾ ਫਲ ਵੱਡਾ ਹੈ। ਸਾ ਸੇਵਾ ਕੀਤੀ ਸਫਲ ਹੈ, ਜਾ ਸਤਿਗੁਰ ਕਾ ਮਨ ਮੰਨੇ। ਉਹਨਾਂ ਦੀ ਸਿਫਤ ਨਹੀਂ ਹੋ ਸਕਦੀ, ਸਰੂ ਰਸਤੀ ਵਰਗਾ ਵੀ ਨਹੀਂ ਕਰ ਸਕਦਾ,
ਪਰ ਸੇਵਾ ਕਰੇ ਸਤ ਬਚਨ ਦਾ ਅਧਿਕਾਰੀ ਹੋ ਕੇ ਫੇਰ ਫਲ ਲੱਗਦਾ ਹੈ। ਉਸ ਹਰਚੰਦ ਸਿੰਘ ਨੇ ਲਹਿਰੇ ਵਾਲਿਆਂ ਕੋਲ ਬੇਨਤੀ ਕੀਤੀ, ਤੁਸੀਂ ਮੈਨੂੰ ਸੇਵਾ ਲੈ ਦਿਓ। ਉੱਤਰ ਵਿੱਚ ਸੰਤ ਵਧਾਵਾ ਸਿੰਘ ਜੀ ਨੇ ਬਚਨ ਕੀਤਾ, ਦੇਖ ਲੈ ਸੇਵਾ ਤਾਂ ਤੈਨੂੰ ਮਿਲ ਜਾਏਗੀ, ਪਰ ਸਤ ਬਚਨ ਦਾ ਅਧਿਕਾਰੀ ਬਣਨਾ ਪਵੇਗਾ। ਹਰਚੰਦ ਸਿੰਘ ਨੇ ਬੇਨਤੀ ਕੀਤੀ, ਜਿਸ ਤਰ੍ਹਾਂ ਕਰਾਉਣਗੇ ਕਰਾਂਗਾ, ਜੋ ਕਹਿਣਗੇ ਸੋ ਮੰਨਾਂਗਾ। ਉੱਤਰ ਵਿੱਚ ਸੰਤ ਜੀ ਨੇ ਕਿਹਾ, ਜਾ ਫਿਰ ਉੱਥੇ ਭਾਵ ਪੁੱਛੋ ਪਹੁੰਚ, ਸਾਡਾ ਮਨ ਕਹਿੰਦਾ ਹੈ ਤੈਨੂੰ ਨਹੀਂ ਮੋੜਦੇ, ਪਰ ਵੇਖੀ ਸੰਭਲ ਕੇ ਰਹੀਂ। ਗੁਰ ਪੀਰਾਂ ਦੀ ਚਾਕਰੀ ਮਹਾਂ ਕਰੜੀ ਸੁਖਸਾਰ ਹੁੰਦੀ ਹੈ। ਹਰਚੰਦ ਸਿੰਘ ਜਿਸ ਸਮੇਂ ਭੁੱਚੋ ਆਇਆ, ਉਸ ਵੇਲੇ ਬਾਬਾ ਜੀ ਨੇ ਸੇਵਾ ਵਿੱਚ ਲਾ ਲਿਆ। ਰੋਜ਼ ਲਹਿਰੇ ਖਾਨੇ ਜਾਣਾ ਤੇ ਆ ਕੇ ਸੇਵਾ ਕਰਨੀ। ਹਰਚੰਦ ਸਿੰਘ ਦੇ ਮਨ ਵਿੱਚ ਬੜੀ ਖੁਸ਼ੀ ਹੋਈ। ਇੱਕ ਦਿਨ ਘਰ ਵਿੱਚ ਬੈਠਿਆਂ ਘਰ ਵਾਲੀ ਨਾਲ ਵਿਚਾਰ ਕੀਤੀ ਕਿ ਬਾਬਾ ਜੀ ਪਾਸ ਘਰ ਬਾਬਤ ਅਰਜ਼ ਕਰੀਏ। ਇਸ ਸਲਾਹ ਉਪਰੰਤ ਹਜੂਰ ਦੇ ਚਰਨਾਂ ਵਿੱਚ ਪਹੁੰਚ ਕੇ ਸੇਵਾ ਕਰਨ ਲੱਗ ਪਿਆ। ਇੱਕ ਸਮੇਂ ਬਾਬਾ ਜੀ ਨੂੰ ਪ੍ਰਸੰਨ ਵੇਖ ਕੇ ਆਪਣੇ ਘਰ ਬਾਬਤ ਬੇਨਤੀ ਕਰ ਦਿੱਤੀ। ਉੱਤਰ ਵਿੱਚ ਫਰਮਾਇਆ, ਹਰਚੰਦ ਸਿੰਘ ਤੂੰ ਫੌਜ ਵਿੱਚ ਭਰਤੀ ਹੋ ਜਾ, ਹੁਣ ਲੜਾਈ ਲੱਗਣ ਵਾਲੀ ਹੈ, ਤੈਨੂੰ ਵਕਤ ਮਿਲ ਜਾਵੇਗਾ। ਉਪਰੰਤ ਹਰਚੰਦ ਸਿੰਘ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਬਚਨ ਤਾਂ ਸੱਤ ਹੈ, ਪਰ ਇਹ ਸੇਵਾ ਫਿਰ ਨਹੀਂ ਮਿਲਣੀ। ਹਜੂਰ ਨੇ ਬਚਨ ਕੀਤਾ, ਸੇਵਾ ਤੈਥੋਂ ਉੱਥੇ ਬੈਠੇ ਕਰਵਾ ਲਵਾਂਗੇ। ਨਾਲ ਹੀ ਨਿਤਨੇਮ ਕਰਨ ਦੀ ਤਾਕੀਦ ਕੀਤੀ, ਇਸ ਨੂੰ ਨਾ ਵਿਸਾਰੀ। ਸਤ ਬਚਨ ਕਹਿ ਕੇ ਹਰਚੰਦ ਸਿੰਘ ਘਰ ਪਹੁੰਚ ਕੇ ਭਰਤੀ ਹੋ ਗਿਆ। ਉਪਰੰਤ ਜਦੋਂ ਛੁੱਟੀ ਲੈ ਕੇ ਪਿੰਡ ਆਉਣਾ, ਦਰਸ਼ਨ ਕਰਨੇ, ਸੇਵਾ ਨੇਮ ਨਾਲ ਕਰਨੀ, ਰੋਜ਼ ਆਉਣਾ ਤੇ ਚਲੇ ਜਾਣਾ। ਸਮੇਂ ਅਨੁਸਾਰ ਇੱਕ ਇੱਕ ਕਰਕੇ 3 ਲੜਕੀਆਂ ਹੋਈਆਂ, ਗੁਰਦੇਵ ਕੌਰ, ਪ੍ਰਸੰਨ ਕੌਰ ਤੇ ਆਨੰਦ ਕੌਰ। ਸਮਾਂ ਆਉਣ ਤੇ ਬਾਬਾ ਜੀ ਪਾਸ ਬੇਨਤੀ ਕੀਤੀ, ਇੱਕ ਤਾਂ ਤਰੱਕੀ ਹੋ ਜਾਵੇ। ਬਚਨ ਹੋਇਆ, ਨੌਕਰੀ ਵਿੱਚ ਤਰੱਕੀ ਹੋ ਜਾਵੇਗੀ। ਪਹਿਲੀ ਤਨਖਾਹ ਸਾਨੂੰ ਮਿਲੇ। ਜਿਸ ਸਮੇਂ ਤਨਖਾਹ ਮਿਲੇ ਉਸ ਵੇਲੇ ਹੀ ਸਾਨੂੰ ਮਿਲ ਜਾਵੇ, ਦੇਰ ਨਾ ਲੱਗੇ। ਦੂਜੀ ਬੇਨਤੀ ਕਰਦੇ ਹਾਂ ਕਿ ਪੁੱਤਰ ਹੋ ਜਾਵੇ। ਹੁਕਮ ਕੀਤਾ, ਹੋ ਜਾਵੇਗਾ। ਇਸ ਤੋਂ ਉਪਰੰਤ ਪੁੱਤਰ ਵੀ ਹੋ ਗਿਆ। ਨਾਮ ਰੱਖਿਆ ਦਇਆ ਸਿੰਘ, ਜੋ ਅਜੇ ਤੱਕ ਮੌਜੂਦ ਹੈ, ਪਰੰਤੂ ਤਰੱਕੀ ਹੋਣ ਉਪਰੰਤ ਪਹਿਲੀ ਤਨਖਾਹ ਦੇਣ ਵਿੱਚ ਦੇਰ ਲੱਗ ਗਈ। ਜਿਸ ਵਕਤ ਤਨਖਾਹ ਲੈ ਕੇ ਸੇਵਾ ਵਿੱਚ ਦੇਣ ਆਇਆ ਤਾਂ ਤਨਖਾਹ ਨਹੀਂ ਲਈ। ਹੁਕਮ ਕੀਤਾ ਕਿ ਤੂੰ ਬਚਨ ਕਮਾਉਣ ਵਿੱਚ ਦੇਰ ਕੀਤੀ ਅਤੇ ਤੂੰ ਨਿਤਨੇਮ ਵੀ ਛੱਡ ਦਿੱਤਾ, ਜੋ ਕਿ ਚੰਗਾ ਨਹੀਂ ਕੀਤਾ। ਫਿਰ ਸੇਵਾ ਮੰਗੀ। ਹੁਕਮ ਕੀਤਾ, ਤੇਰਾ ਪਰਿਵਾਰ ਸੇਵਾ ਕਰੇਗਾ, ਤੂੰ ਨਹੀਂ। ਜੇ ਤੂੰ ਸੇਵਾ ਕਰਨੀ ਹੈ ਤਾਂ ਲਹਿਰੇ ਖਾਨੇ ਸੰਤ ਵਧਾਵਾ ਸਿੰਘ ਜੀ ਦੀ ਸੇਵਾ ਕਰ। ਉਸ ਤੋਂ ਉਪਰੰਤ 2 ਪੁੱਤਰ ਹੋਰ ਹੋਏ, ਗੁਰਦੇਵ ਸਿੰਘ ਅਤੇ ਸੁਰਜੀਤ ਸਿੰਘ। ਇਹ ਪ੍ਰਸੰਗ ਸੰਗਤ ਪਾਸੋਂ ਮਿਲਿਆ। ਕੀਤਾ ਲੋੜੇ ਸੋ ਕਰੇ, ਤੁਝ ਬਿਨ ਕਛ ਨਾਹੀ। ਇੱਕ ਰਾਮ ਨਾਮ ਦਾ ਸੇਠ ਸੀ। ਭੁੱਚੋ ਉਸ ਦਾ ਨਗਰ ਸੀ। ਕੋਈ ਸਮਾਂ ਸੀ ਇਸ ਦੇ ਔਲਾਦ ਨਹੀਂ ਸੀ। ਕੁਦਰਤ ਦੇ ਰੰਗ ਪਿਛਲੀ ਉਮਰੇ ਘਰ ਉਮੀਦਵਾਰੀ ਹੋਈ। ਕੁਝ ਆਸਵੰਦ ਹੋ ਕੇ ਇੱਕ ਜੋਤਸੀ ਭਵਨਾ ਰਾਮ ਪੰਡਤ ਨੂੰ ਪੁੱਛਿਆ, ਮੇਰੇ ਘਰ ਕੀ ਹੋਵੇਗਾ? ਪੰਡਤ ਨੇ ਲਗਨ ਅਨੁਸਾਰ ਗਿਣਤੀ ਕਰਕੇ ਦੱਸਿਆ ਕਿ ਤੇਰੇ ਘਰ ਲੜਕੀ ਹੋਵੇਗੀ।
ਬੜਾ ਸੋਚਵਾਨ ਹੋਇਆ। ਇਹ ਕੀ ਬਣਿਆ? ਅਖੀਰ ਉਮਰ ਵਿੱਚ ਇੱਕੋ ਉਹ ਵੀ ਲੜਕੀ। ਹੁਣ ਕਿੱਥੇ ਜਾਵਾਂ? ਕਿਸੇ ਮਿੱਤਰ ਨੇ ਸਲਾਹ ਦਿੱਤੀ ਕਿ ਰੂਮੀ ਵਾਲੇ ਬਾਬਾ ਜੀ ਕੋਲ ਬੇਨਤੀ ਕਰਕੇ ਵੇਖ, ਇਸ ਵਕਤ ਉਹੀ ਸਮਰੱਥ ਹਨ, ਜੇ ਕਰਨ ਤਾਂ ਕਰ ਸਕਦੇ ਹਨ। ਨਿਰਾਸ ਆਸਾ ਪੂਰਨ ਹੈ। ਉਸ ਦੀ ਸਲਾਹ ਅਨੁਸਾਰ ਬਾਲਕ ਰਾਮ ਨੇ ਹਜੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਇਸ ਵਾਸਤੇ ਹਾਜ਼ਰ ਹੋਇਆ ਹਾਂ। ਨਾਲ ਹੀ ਜੋ ਪੰਡਤ ਭਵਨਾ ਰਾਮ ਨੇ ਦੱਸਿਆ ਸੀ ਉਹ ਵੀ ਬੇਨਤੀ ਕਰ ਦਿੱਤੀ। ਉੱਤਰ ਵਿੱਚ ਹਜੂਰ ਨੇ ਫਰਮਾਨ ਕੀਤਾ, ਤੁਹਾਡੇ ਘਰ ਤੁਹਾਡਾ ਬਜ਼ੁਰਗ ਗੋਂਦਾਮਲ ਆਏਗਾ, ਪਰ ਤੁਸੀਂ ਉਸ ਨੂੰ ਸੰਭਾਲ ਨਹੀਂ ਸਕੋਗੇ। ਜੋਤਸ਼ੀ ਨੂੰ ਦੱਸ ਦਿਓ, ਸਾਡੇ ਘਰ ਪੁੱਤਰ ਹੋਵੇਗਾ। ਹਜੂਰ ਦੇ ਬਚਨ ਅਨੁਸਾਰ ਸੇਠ ਨੇ ਪੰਡਤ ਭਵਨਾ ਰਾਮ ਨੂੰ ਜਾ ਦੱਸਿਆ ਕਿ ਸਾਡੇ ਪੁੱਤਰ ਹੋਵੇਗਾ। ਪਹਿਲਾਂ ਤਾਂ ਪੰਡਤ ਮੰਨੇ ਨਾ ਕਿ ਤੁਹਾਨੂੰ ਕਿਸ ਨੇ ਕਿਹਾ ਹੈ ਕਿ ਤੁਹਾਡੇ ਪੁੱਤਰ ਹੋਵੇਗਾ। ਕਹਿਣ ਲੱਗਾ, ਜੇ ਤੁਹਾਡੇ ਹੋ ਜਾਵੇ ਤਾਂ ਮੈਂ ਗ੍ਰੰਥ ਸਾੜ ਦਿਆਂਗਾ, ਜੋਤਿਸ਼ ਦਾ ਕੰਮ ਛੱਡ ਦਿਆਂਗਾ। ਕੁਝ ਚਿਰ ਉਪਰੰਤ ਪੰਡਤ ਜੀ ਨੇ ਫਿਰ ਪੁੱਛਿਆ, ਸੇਠ ਜੀ, ਤੈਨੂੰ ਕਿਸ ਨੇ ਕਿਹਾ ਹੈ ਕਿ ਮੁੰਡਾ ਹੋਵੇਗਾ? ਤਾਂ ਬਾਲਕ ਰਾਮ ਨੇ ਬਾਬਾ ਜੀ ਦਾ ਨਾਮ ਲਿਆ। ਫਿਰ ਇਹ ਵੀ ਦੱਸਿਆ ਕਿ ਉਹਨਾਂ ਨੇ ਤਾਂ ਇਹ ਵੀ ਵਚਨ ਕੀਤਾ ਹੈ ਕਿ ਤੁਹਾਡਾ ਬਜ਼ੁਰਗ ਗੋਂਦਾ ਸੇਠ ਹੋਵੇਗਾ, ਪਰ ਉਸ ਨੂੰ ਤੁਹਾਡੇ ਤੋਂ ਰੱਖਿਆ ਨਹੀਂ ਜਾਣਾ। ਪੰਡਤ ਜੀ ਨੇ ਦੱਸਿਆ, ਮੇਰੇ ਲਗਨ ਵਿਚਾਰਨ ਅਨੁਸਾਰ ਤਾਂ ਲੜਕੀ ਹੀ ਹੈ। ਤੁਸੀਂ ਕਿਸੇ ਹੋਰ ਜੋਤਸ਼ੀ ਨੂੰ ਪੁੱਛ ਲਵੋ, ਪਰੰਤੂ ਸਾਧ ਕੀ ਮਹਿਮਾ ਵੇਦ ਨ ਜਾਣੇ, ਜੇਤਾ ਸੁਨੇ ਤੇਤਾ ਬਖਿਆਨੇ। ਫਿਰ ਮੈਂ ਕੁਝ ਨਹੀਂ ਕਹਿ ਸਕਦਾ। ਉਹ ਸਮਰੱਥ ਹਨ। ਹੁਣ ਤੂੰ ਉਹਨਾਂ ਤੋਂ ਸਿੱਖਿਆ ਦੀਖਿਆ ਲੈ ਕੇ ਹੁਕਮ ਅਨੁਸਾਰ ਚੱਲ। ਸਾੜ ਸਿਆਣਪ ਬਹੁ ਚਤੁਰਾਈ, ਦੋਏ ਕਰ ਜੋੜ ਸਾਧ ਮਗ ਚੱਲ। ਉਹਨਾਂ ਦਾ ਬਚਨ ਅਟਲ ਹੈ। ਉਪਰੰਤ ਪੁੱਤਰ ਹੀ ਹੋਇਆ, ਹੁਕਮ ਸੀ ਰਿਹਾ ਨਹੀਂ, ਗੁਜ਼ਰ ਗਿਆ। ਫਿਰ ਹੁਕਮ ਅਨੁਸਾਰ ਪੁੰਨ ਦਾਨ ਨਾ ਕਰ ਸਕਿਆ। ਦੂਸਰੇ ਬਚਨ ਅਨੁਸਾਰ ਆਪਣੇ ਭਤੀਜੇ ਵੇਦ ਪ੍ਰਕਾਸ਼ ਨੂੰ ਮਤਬੰਨਾ ਬਣਾ ਲਿਆ, ਜੋ ਅੱਜ ਤੱਕ ਇਸ ਘਰ ਦਾ ਸ਼ਰਧਾਲੂ ਹੈ। ਇਹ ਬਚਨ ਕਰਨੈਲ ਸਿੰਘ ਅਗਬਾੜ ਬੀਬੀਕਾ ਪਾਸੋਂ ਪ੍ਰਾਪਤ ਹੋਇਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।